ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ। ਚਰਨ ਕਮਲ ਸਿਉ ਜਾ ਕਾ ਮਨ ਲੀਨਾ, ਸੇ ਜਨ ਤ੍ਰਿਪਤ ਅਗਾਈ। ਗੁਣ ਅਮੋਲ ਜਿਸ ਹਿਰਦੈ ਨ ਵਸਿਆ, ਤੇ ਨਰ ਤ੍ਰਿਸ਼ਨ ਤ੍ਰਿਖਾਈ। ਚਰਨ ਕਮਲ ਸਿਉ ਜਾ ਕਾ ਮਨ ਲੀਨਾ, ਸੇ ਜਨ ਤ੍ਰਿਪਤ ਅਗਾਈ। ਗੁਣ ਅਮੋਲ ਜਿਸ ਹਿਰਦੈ ਨ ਵਸਿਆ, ਤੇ ਨਰ ਤ੍ਰਿਸ਼ਨ ਤ੍ਰਿਖਾਈ। ਹਰ ਅਰਾਧੇ ਅਰੋਗ ਅਨਦਾਈ, ਜਿਸਨੂੰ ਵਿਸਰੈ ਮੇਰਾ RAM ਸਨੇਹੀ। ਤਿਸ ਲਾਖ ਬੇਦਨ ਜਣ ਆਈ। ਰਹਾਉ ਜਿਹ ਜਨ ਊਟ ਗਹੀ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸ਼ਰਣੇ। ਜਿਹ ਨਰ ਬਿਸਰਿਆ ਪੁਰਖ ਵਿਧਾਤਾ, ਤੇ ਦੁਖੀਆਂ ਮਹਿ ਗਣਣੇ। ਜਿਹ ਗੁਰਮਾਨ ਪ੍ਰਭੂ ਲਿਵ ਲਾਈ, ਤਿਹ ਮਹਾ ਆਨੰਦ ਰਸ ਕਰਿਆ। ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ, ਤੇ ਨਰਕ ਘੋਰ ਮਹਿ ਪਰਿਆ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ। ਨਾਨਕ ਸਹਿ ਪਕਰੀ ਸੰਤਨ ਕੀ, ਹਿਰਦੈ ਭੈ ਮਗਨ ਚਰਨਾਰਾ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ। ਨਾਨਕ ਸਹਿ ਪਕਰੀ ਸੰਤਨ ਕੀ, ਹਿਰਦੈ ਭੈ ਮਗਨ ਚਰਨਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ, ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿ ਰਹਿਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਰਹਿਮਤ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਹੈ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ।
ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸਾਹਿਬ ਦੀ ਬਖਸ਼ਿਸ਼ ਦਾ ਦਰ ਖੋਲ੍ਹਿਆ। ਸਾਡੇ ਵਾਸਤੇ ਉਪਦੇਸ਼ ਬਚਨ ਪ੍ਰਾਪਤ ਹੋਇਆ, ਜਿਸ ਨੂੰ ਸਾਡੇ ਵਡੇਰਿਆਂ ਨੇ ਸ਼੍ਰੀ ਮੁਖਵਾਕ ਕਹਿ ਕੇ ਮਾਣ ਸਨਮਾਨ ਦਿੱਤਾ। ਤੇ ਅੱਜ ਬਚਨ ਹੈ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਆਖਰੀ ਅਰਥਾਂ ਨੂੰ ਸਮਝਣ ਤੋਂ ਇਲਾਵਾ ਜੇ ਇੱਕ ਗਲਤ ਤੇ ਗੱਲ ਸਮਝੇ, ਜਿਹਨੂੰ ਅਸੀਂ ਧੁਨਾਤਮਕ ਕਹਿੰਦੇ ਹੁੰਦੇ ਹਾਂ। ਜਦੋਂ ਅਸੀਂ ਕਿਸੇ ਸ਼ਬਦ ਨੂੰ ਪੜ੍ਹਦੇ ਹਾਂ ਨਾ, ਸ਼ਬਦ ਪੜ੍ਹਦਿਆਂ ਹੀ ਇੱਕ ਖਿਆਲ ਜਿਹਨ 'ਚ ਆਉਂਦਾ ਹੈ। ਉਹ ਖਿਆਲ ਵਿਚਾਰ ਹੁੰਦਾ ਹੈ। ਆਪਾਂ ਖਿਆਲ ਤੇ ਵਿਚਾਰ ਨੂੰ ਕੋਈ ਕਹਿੰਦੇ ਨਾ, ਜਿਉਂ ਹੀ ਨੋਟਿਸ ਬੋਰਡ ਤੋਂ ਆਪਾਂ ਜਾਂ ਕਿਸੇ ਮੁਕਾਮ ਤੋਂ ਸ਼ਬਦ ਪੜ੍ਹਿਆ, ਸ਼ਬਦ ਪੜ੍ਹਦਿਆਂ ਖਿਆਲ ਅੰਦਰ ਆਉਂਦਾ, ਗੁਰੂ ਮਹਾਰਾਜ ਅੱਜ ਕੀ ਹੋਇਆ। ਉਹ ਖਿਆਲ ਕੀਮਤੀ ਹੁੰਦਾ ਹੈ ਔਰ ਸਾਡੇ ਅੱਜ ਨੂੰ ਪ੍ਰਭਾਵਿਤ ਕਰਨ ਦਾ ਹੁੰਦਾ ਹੈ। ਸਾਡੀ ਅਜੇ ਇਸ ਪਾਸੇ ਕਮੀ ਹੈ ਕਿ ਅਸੀਂ ਆਪਣੇ ਮਨੁੱਖੀ ਵਿਅਕਤੀਗਤ ਚਿੰਤਨ ਅਤੇ ਸਿੱਖ ਚੇਤਨਾ ਦਾ ਸਮੂਹਿਕ ਚਿੰਤਨ ਇਸ ਪਾਸੇ ਅਜੇ ਫੋਕਸ ਨਹੀਂ ਕਰ ਪਾਇਆ। ਅਸੀਂ ਵਿਅਕਤੀਗਤ ਹੌਲੀ ਹੌਲੀ ਸਮਝੀਏ, ਹੌਲੀ ਹੌਲੀ ਸਾਡਾ ਸਮੂਹ ਬਣੇ ਕਿ ਜੋ ਬਾਣੀ ਪੜ੍ਹਦੇ ਹਾਂ ਯਕਦਮ ਇੱਕ ਖਿਆਲ ਅੰਦਰ ਬਿਜਲੀ ਦੀ ਤਰੰਗ ਵਾਂਗ ਨਿਕਲਦਾ ਹੈ ਨਾ, ਬਹੁਤ ਕੀਮਤੀ ਹੁੰਦਾ ਹੈ। ਉਹ ਹੀ ਵਿਚਾਰ ਜ਼ਿੰਦਗੀ ਨੂੰ ਬਦਲਦਾ ਜੇ। ਬਾਕੀ ਦੇ ਵੱਖਰੀ ਅਰਥ ਤੇ ਸਾਨੂੰ ਕਈਆਂ ਸਾਲਾਂ ਤੋਂ ਪਤਾ ਹੈ, ਹਿੰਦੀ 'ਚ, ਪੰਜਾਬੀ 'ਚ, ਅੰਗਰੇਜ਼ੀ ਤੁਸੀਂ ਲਿਖ ਕੇ ਜੇਬ 'ਚ ਪਾਏ ਹੋਏ ਨੇ। ਹਰ ਡਿਵਾਈਸ ਜਿਹਨੂੰ ਆਪਾਂ ਮੋਬਾਈਲ ਵਿੱਚ ਦੇਖਦੇ ਹਾਂ, ਹਰ ਭਾਸ਼ਾ 'ਚ ਹੁਣ ਤੇ ਹੋਰ ਵੀ ਕਈ ਭਾਸ਼ਾ 'ਚ ਲਿਖਿਆ ਗਿਆ ਹੈ। ਬੇਸ਼ੱਕ ਅਸੀਂ ਲੜਦੇ ਝਗੜਦੇ ਰਹੀਏ, ਇੱਦਾਂ ਨਹੀਂ, ਇੱਦਾਂ ਨਹੀਂ, ਇੱਦਾਂ ਨਹੀਂ, ਪਰ ਹੈ ਉਹ ਨਵੀਨਤਾ ਤੇ ਪ੍ਰਾਚੀਨਤਾ ਦਾ ਤਣਾਅ ਸਦੀਆਂ ਤੋਂ ਰਿਹਾ ਤੇ ਸਦੀਆਂ ਤੱਕ ਰਹਿਣਾ ਹੈ। ਤੇ ਇਸੇ ਨਵੀਨਤਾ ਤੇ ਪ੍ਰਾਚੀਨਤਾ ਦੇ ਤਣਾਅ ਦੇ ਵਿੱਚ ਨਵੀਆਂ ਕੁਰੰਬਲਾਂ ਫੁੱਟਦੀਆਂ ਨੇ, ਉਹ ਆਪਣਾ ਰਾਹ ਬਣਾ ਲੈਂਦੀਆਂ ਨੇ, ਜਿਸ ਦਾ ਸਾਡੇ ਕੋਲ ਆਦਰਸ਼ਕ ਸਰੂਪ ਹੈ। ਪੰਡਿਤ ਮੁੱਲਾਂ ਜੋ ਲਿਖਦੀ ਹੈ, ਛੱਡ ਚੱਲੇ ਹਮ ਕਛੂ ਨਾ ਲਿਆ। ਇਹਨਾਂ ਰੱਸਾ ਖਿੱਚਣ ਵਾਲਿਆਂ ਨੇ ਰੱਸੇ ਖਿੱਚਦੇ ਰਹਿਣਾ ਹੈ, ਤੇ ਜਿਹੜੇ ਗੁਰਮੁਖ ਜਨ ਨੇ ਉਹਨਾਂ ਆਪਣੇ ਨਵੇਂ ਰਾਹ 'ਤੇ ਤੁਰ ਜਾਣਾ ਹੈ। ਇਹ ਸਦੀਆਂ ਤੋਂ ਇੱਦਾਂ ਹੀ ਹੋਇਆ, ਇੱਦਾਂ ਹੀ ਰਹਿਣਾ ਹੈ। ਪਰ ਇੱਕ ਸੱਚ ਹੈ, ਉਹ ਖਿਆਲ ਨਵਾਂ ਵਿਚਾਰ ਮਿਲਦਾ ਹੈ ਜਿਹੜਾ ਸਾਨੂੰ ਨਵੀਂ ਰਾਹ ਦਿੰਦਾ, ਜਿਹਨੂੰ ਕਹਿੰਦੇ ਵਿਚਾਰ ਮਾਰੈ। ਇਹ ਮਨ ਦੇ ਕਈਆਂ ਚੀਜ਼ਾਂ ਨੂੰ ਮਾਰ ਦਿੰਦਾ ਜੀ। ਵਿਚਾਰ ਮਾਰੈ ਤਰੈ ਤਾਰੈ, ਫਿਰ ਨਤੀਜਾ ਕੀ ਹੈ, ਉਲਟ ਜੋਰ ਨਾ ਆਵੇ। ਇਸੇ ਤਰ੍ਹਾਂ ਜਿਉਂ ਪੜ੍ਹਦੇ ਹਾਂ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਇੱਕਦਮ ਪਿਛਾ ਗੁਰੂ ਦੀ ਕਿਰਪਾ, ਇੱਕਦਮ ਇਹ ਖਿਆਲ ਅੰਦਰ ਆਉਂਦਾ, ਗੁਰੂ ਦੀ ਕਿਰਪਾ। ਤੇ ਜਦੋਂ ਖਿਆਲ ਅੰਦਰ ਆਉਂਦਾ ਗੁਰੂ ਦੀ ਕਿਰਪਾ, ਤੇ ਬਸ ਗੁਰੂ ਦੀ ਕਿਰਪਾ ਆਰੰਭ ਹੁੰਦੀ। ਕਿਤਨਾ ਪ੍ਰਾਪਤ ਕਰ ਪਾਵਾਂਗੇ, ਕਿਤਨਾ ਉਸ ਦੇ ਨਾਲ ਜੁੜੇ ਰਹਿ ਪਾਵਾਂਗੇ, ਕਿਤਨਾ ਉਸ ਨੂੰ ਜੀ ਪਾਵਾਂਗੇ, ਇਹ ਸਾਡਾ ਹਰ ਇੱਕ ਜੀ ਦਾ ਆਪੋ ਆਪਣਾ ਹੈ। ਜਾਤੀ ਤਜਰਬੇ 'ਚ ਗੱਲ ਆਪਾਂ ਸਾਂਝੀ ਕਰਕੇ ਕਿ ਚੱਲਾਂ। ਆ ਭਾਈ ਸਾਹਿਬ ਜੀ ਦੇ ਨਾਲ, ਭਾਈ ਜਸਵੀਰ ਸਿੰਘ ਜੀ ਦੇ ਨਾਲ ਬੜਾ ਲੰਮੇਰਾ ਸਮਾਂ ਜਾਤੀ ਸਾਂਝਾ ਰਹੀਆਂ। ਕਈ ਵਾਰ ਕੁਛ ਪਰਿਵਾਰਾਂ ਨੇ ਆਪਣੇ ਘਰ ਪਰਿਵਾਰ ਸੰਸਾਰ ਦੀਆਂ ਸਮੱਸਿਆਵਾਂ ਆ ਕੇ ਦੱਸਣੀਆਂ, ਭਾਈ ਜੀ ਇੱਦਾਂ ਹੁੰਦਾ, ਭਾਈ ਸਾਹਿਬ ਜੀ ਆਹ ਹੋਇਆ, ਆਹ ਹੋਇਆ, ਸਮੱਸਿਆ ਦਾ ਕੀ ਕਰੀਏ, ਸਾਨੂੰ ਕੀ ਮਿਲੇਗਾ, ਕਿੱਦਾਂ ਹੋਵੇਗਾ। ਜਦੋਂ ਸਮੱਸਿਆਵਾਂ ਦਾ ਇੱਕ ਉਲਝਣ ਜਾਂ ਪਿਟਾਰਾ ਲੈ ਕੇ ਆਉਣਾ, ਤੇ ਕਹਿਣਾ ਅੱਛਾ ਇੱਦਾਂ ਕਰੋ, ਅੱਜ ਨਹੀਂ ਕੱਲ੍ਹ ਆਇਓ, ਕਿਤੇ ਜਿੱਥੇ ਨੇੜੇ ਗੁਰਦੁਆਰਾ ਸਾਹਿਬ ਹੈ, ਚਲੋ ਤੁਹਾਡੀ ਆਸਥਾ ਕਿਤੇ ਅੰਬ ਸਾਹਿਬ ਚਲੇ ਜਾਓ, ਨਾਢਾ ਸਾਹਿਬ ਚਲੇ ਜਾਓ, ਜਾ ਕੇ ਮੱਥਾ ਟੇਕ ਅਰਦਾਸ ਕਰੋ। ਜੋ ਸ਼੍ਰੀ ਮੁਖਵਾਕ ਹੋਵੇ ਨਾ, ਉਹ ਆ ਕੇ ਮੈਨੂੰ ਦੱਸ ਦਿਓ, ਕੋਈ ਯੁਗ ਤਰੀਕਾ ਨਹੀਂ। ਜੋ ਸ਼੍ਰੀ ਮੁਖਵਾਕ ਹੈ ਉਹ ਬਸ ਨੋਟ ਕਰ ਲਿਓ, ਅਤੇ ਤੁਹਾਡੇ ਸਮੱਸਿਆ ਦਾ ਸਮਾਧਾਨ ਉਹਦੇ ਵਿੱਚ ਹੋਏਗਾ। ਠੀਕ ਹੈ, ਅਗਲੇ ਆ ਕੇ ਦੱਸ ਦੇਣਾ, ਪੜ੍ਹਦੇ ਕਹਿ ਦੇਣਾ ਕਿ ਇਹ ਕੰਮ ਤੁਹਾਡਾ ਹੋ ਜਾਏਗਾ, ਨਹੀਂ ਹੋਏਗਾ, ਕਿੱਦਾਂ ਹੋਏਗਾ। ਫਿਰ ਕਿਹਨੂੰ ਪੁੱਛਣਾ ਵੀ ਇਹ 'ਚ ਕੀ ਹੈ, ਕਹਿਣ ਲੱਗੇ ਮਹਾਰਾਜ ਨੇ ਇੱਕ ਆਈਡੀਆ ਦਿੰਦੇ ਨੇ, ਕਿਰਪਾ ਨਹੀਂ। ਕੁਝ ਗੱਲਾਂ ਪੜ੍ਹਦੇ ਤੋਂ ਲੱਗਦਾ ਵੀ ਨਹੀਂ, ਅਜੇ ਨਹੀਂ। ਜਿਵੇਂ ਕਦੇ ਕਦੇ ਕੋਈ ਬਚਨ ਹੈ, ਆਪਾਂ ਆਪਣੇ ਵੱਲੋਂ ਬੜਾ ਵੱਡਾ ਸੰਕਲਪ ਜਿਹਾ ਲੈ ਕੇ ਇੱਥੇ ਆਈਏ, ਕਿ ਅੱਗੋਂ ਬਚਨ ਮਿਲ ਜਾਏ, ਮਨ ਰੇ ਕੌਣ ਕੁਮਾਤੇ ਲੀਨੀ। ਭਾਵੇਂ ਕਿਸੇ ਨੇ ਲੱਖਾਂ ਰੁਪਏ ਦਾ ਡੰਬਰ ਕੀਤਾ ਹੋਵੇ, ਸਮਝ ਲਓ ਉਹ ਕੰਮ ਕਾਮਯਾਬ ਨਹੀਂ ਅਜੇ ਹੋਏਗਾ। ਭਾਵੇਂ ਉਸਨੇ ਸਾਰੇ ਨਾਅਰੇ ਜਕਾਰੇ ਲਾ ਕੇ ਸਾਰੇ ਹੀ ਧਰਮ ਮਰਿਆਦਾ ਦੇ ਬਾਰੇ ਕਾਨੂੰਨ ਪੂਰੇ ਕਰ ਦਿੱਤੇ ਹੋਣ,
पर नहीं हो पाएगा, क्योंकि वो मौत सरेआम कह रहे ने तो कौन कुमत तैली नहीं। पर असी इन्हां बारीक जिहियां गल्लां ते फोकस नहीं करते। असी अखरी अर्थां दे विच उलझे रह गए, नारिਆਂ जकारिਆਂ 'ਚ उलझे रह गए। गुरुदेव किरपा करन श्री मुखवाक दी बारीक सूक्ष्म धारा जिहड़ी है जोखे विचारां करके चलदी पकड़ सकीए। अज महाराज ने सानू दिता है, जिसके सिर उपर तो स्वामी सो दुख कैसा पावै। इन्नी तुक पढ़दियां ही जिहड़े अभ्यासी प्रेमी ने उन्हां दे मन 'च एक प्रेम की लहर, एक विश्वास की लहर, इस दुख तो बचाव की लहर पैदा होती है, तो यकीनन फिर दुख तो बच जाते हैं। और इसे नूं असीं खुलासे दे विच समझना है। अज पावन बचन लड़ी विच मिले है, श्री मुखवाक का ही अगला स्टैप होंदा है। जिहड़े से लड़ीवार विचारां टिके हुए हैं, श्री मुखवाक तो ही अगला पड़ाव दा विस्तार दा विश्लेषण समझ सकीए। जिसके सिर ते महाराज की रहमत का हाथ है, जिन्होंने जिसके सिर उपर तू स्वामी सो दुख कैसा पावै। आखिर महाराज ने की कीता, आखिर कैसा होया कि उहदे सिर ते आप जी का हाथ आ गया। कहन लगे उन्हें इच दो चीज़ां ने, एक नहीं कीता एक कीता। जिवें एक आर ते एक पार, एक इधर ते एक उधर दे, हर पौड़ी दो दो तुकां च अलग अलग पक्ष ने। ये राग सोरठ है, 612 अंक ते सुशोभत है वचन। चरण कमल स्यों जा का मन लीना, से जाना तृपत अगाई। जिन्हां जियां दा मन चरण कमल नाल जुड़ गया। ते चरण कमल की है शब्द। हुण तक दे वडेरियां दी संगत करदे यही समझ आया ना कि जिथे भी किते गुरु के चरण कमल लिखिया होवे, पढ़िए, उहदा भाव है गुरु का शब्द। एक तां खुलासे करके पढ़ने, हीरतै चरण शब्द सतगुर को। हिरदे विच वसाणे ने चरण, पर रूप की उहदा शब्द सतगुर को। हिरदय चरण शब्द सतगुर को, नानक बांधियो पाल। जिवें बेड़ियां तो पार जाण वास्ते दरियावां तो लोग बेड़ियां ते पाल बना लैंदे सी, ते भाई असां ने इस अपने जिंदगी के सागर तो पार जाण वास्ते गुरु दे शब्द की भाल बना ली है। गुरु के शब्द के सहारे ते असीं इस भव सागर तो पार जाने का यत्न कर रहे हैं, तो यकीनन पार भी हो, क्योंकि भई शब्द की पाल कदे टुटदी नहीं, शब्द की पाल कदे धोखा नहीं देती। चरण कमल स्यों गुरु के शब्द के नाल, जाका मन लीना, जिसका मन लीन हो गया, जिहड़ा मन करके गुरु शब्द दे नाल जुड़ गया, यही गुरु दे नाल जुड़ना है और यही गुरु के चरणी लगना है। भावें अज साडे समाज चरणी लगन के समागम हुंदे ने, चरणी लगन की एक परंपरा बन गई है। चरणी लगन के नाम से बहुत कुछ आडंबरक पक्ष वरत्या जा रहा है, जद रखना का कोई अध्यात्मक मायने नहीं है। समाजिक की मायने ने मैं तो टिप्पणी नहीं करता। समाजिक सोच करके लोगों के अपने ताने बाणे विच उहदा की रूप ले बैठे ने, वो व्याख्या का विषय नहीं, वो तो साडी सोच मत है। पर असलीयत विच गुरु के चरणी लगन का मतलब है शब्द ना जुड़ना, शब्द ना लगना। तो जो शब्द ना जुड़ गया वो गुरु के चरणी लग गया, तो जो सारा पाठ करके भी शब्द ना नहीं जुड़िया वो चरणी नहीं लगा। भावें उसनूं कहण नूं संसारी दी सारी बाणी, हो सकता कोई साडे चों दावा करे, देखो जी मैनू तो सारा गुरु ग्रंथ साहिब जुबानी याद है, मुबारक है भाई, याद होवेगा। पर की जीवन के व्यवहार विचों, की तेरे किरदार विचों गुरु की झलक पैंदी है? जे किरदार ते व्यवहार विचों गुरु की झलक नहीं पैंदी तो तू कुछ नहीं खटिया, एवं दिमागी बोझ लैके तुरया फिरदा। ये तो पंडित बेणी भी लेके तुरया फिरदा सी। तू तो एक ग्रंथ याद किए, उन्हें तो 108 ग्रंथ याद किए सन। लेकिन फिर जदों समझ आई, सारे दे सारे दरिया च रोड़ के गुरु अमरदास के चरणी पै गया कि नहीं बाबा, समझ ही होण आई कि करना की सी। ये याद करन दे नाल कोई वड्डी गल नहीं गई। ठीक है, उस वक्त
याद करना बड़ी कीमत सी। जदों साडे कोल लिखत प्रबंध नहीं सी, उदों सीगा जबानी कलामी सिੱਖਿਆ प्रबंध प्रणाली वक्री सी। ਉਹਦਾ अलग पक्ष महा कीमत ਉਹਦੀ अलग होएगी, लेकिन कोई कहे कि केवल याद करन दे नाल ही मैनूं सब कुछ मिल गया, नहीं। जरूरत है जीवन व्यवहार चों, जरूरत है जीवन किरदार विचों, साडे आचार विहार किरदार विचों कि गुरु की झलक पैंदी है, कि साडे बोल बाणी विचों, साडे बस लंघ गए गली चों असीं कि कोई पुछेगा ये कौन है, बस इन्हें पुछ ली भी ये वर्गा बनना चाहिए। आखिर कौन सी भाई दी वर्गा बनी है, तो आपे कोई तीजा दसे भी गुरु नानक दा सिख है। आपे कुछ होर व्याख्यावां करन दी जरूरत ही नहीं रह गई। जे कोई कहे भी हाँ ये भाई गुरबाणी पढ़ने वाला है, ये गुरु का सिख है, तो तीजा के भाई ये तो वधिया है, आ जीवन वधिया, बस सारा प्रचार हो गया, सारी गल बन गई। वेखे होना बिल्कुल करंट असां देखे उस राजनीतिक तमाम टीका टिप्पणियां होई होणगियां। आ करोना होया, मोर्चे लगे, ਉਹਦੇ ਵਿੱਚੋਂ एक गल कितनी ਵੱਡੇ ਪੱਧਰ ਤੇ नहीं की तुसां लंगर लाए, लोकां पुछे कौन ने, ਜਿਹੜੇ दूर दुराडे के मुल्कों के लोग ने कौन ने, पता लगा ये सिख है। अच्छा बड़े महान ने, बिना बोलिया महानता प्रगट हो गई, बिना बोले बिना करना पैंदा है। सतगुर कहणगे जिसने गुरु चरणों के नाल अपने आप नूं जुड़ लिया, उसकी निजी पहचान किवें होवे, क्योंकि असीं इत्थे निजी सवारन वास्ते बैठे हैं। अज सत्संगत ही मुकाम हुंदा है, ये निज नूं सवारन लई हुंदा है। बेशक असीं इत्थे दावे वड्डे वड्डे समूह दे करदे हुंदे आ, पर यह हुंदा निज नूं सवारन लई है। इत्थे दूजे नूं आपां नहीं कहंदे तूं आ कर, इत्थे कहंदा मैं करना है। इसे करके अवेखिया हुण वडेरियां दी सेवा करदिआं किसे नूं कहिंदे नूं तूं उठ के कर, भज के आप करन पैंदे ने, क्योंकि इत्थे ते निज नूं सवारना है। ते जिहड़ा कहिंदा ना तूं कर, वो अपने निज नूं सवारन लई ना ते आया जे, ते ना उहने कदे अपने निज नूं सवार पाउणा जे, भावें सारी जिंदगी इत्थे ही रहे। पिरथी चंद सारी जिंदगी इत्थे ही रहे, पर निज नहीं सवार पाए, क्योंकि कहिंदे रहे आ करो वाह करो वाह करो वाह करो, आ नहीं कीता आ नहीं कीता, इदां करो इदां बदल दो, आ तां कर दो ठां कर दो, इदां करते रहे। बहुत लोग करते ने, इत्थे आके कुछ दा काम ही हुंदा है। ठीक है करी जाण, उन्हां दी ड्यूटी यही है, जिते वो लाए उस पासे लाए ने, वो निज सवारन लई नहीं लाए। वो तुहाडे वास्ते स्पीड ब्रेकर ने, वो तुहाडे जिंदगी नूं सवारन वास्ते साइडां ते राह ते कंढे ने, जिन्हां तो सावधान होकर तुसां अगे जाना है। जे वो लोग ना होण ते असीं तुसीं अध्यात्मक यात्रा कर ही नहीं पाओगे। ये लोग बड़े चंगे ने जिहड़े इहो जे गाहे बगाहे टीका टिप्पणियां करते हैं, बोल को बोल बोलते हैं। इन्हूं बुरा मत क्या करिए, ये तो चंगे ने, तुहानूं अगे जाण लई प्रेरणा। इत्थे मत अटको, अगे जाओ। पहचान है महाराज कह लगे ते वो व्यक्ति से जन वो जी पहचान अपने किते कर सके। तृप्त आगाही की साडे मन विच कुछ तृप्ति है। इन्नी उम्र साड़ी निकल गई बाणी पढ़दे कथा कीर्तन करदे ते सुनदे कि साडे मन च अजे भी खोह ते नहीं पैंदी पदार्थ प्रति, कि साडे मन अजे छिथे ते नहीं पैंदे, कि असीं काले छिथे पै के किसी दे गल ते नहीं पैंदे, कि ऐसा तो नहीं कोई गलबात हो जाए तो छिथे पै के साढ़े लफज ही मुक जाते हैं, असीं गाली गलौज से उतर आने। जे ऐसा है तो असीं जे शब्द नाल नहीं जुड़े, अजे दीवारां नाल जुड़े हैं, चिट्टियां चादरां ते बैठे आ, इन्हां दीवारां नाल जुड़े और कुछ नहीं सी कीता। तो जे दीवारां तो अगे जाना जे तो फिर समझ लिया अपने आप लई तृप्ति साडी एक पहचान है। तो तृप्ति उदों मिलनी है जदों असीं सच भोजन छकांगे। आ पढ़ते हो ना, तृप्त भई सच भोजन खाया। सच भोजन की शब्द विच दुनिया का भोजन तो ठीक है, कोई सोने की थाली धर के खा लेगा, कोई पत्ते ते धर के खा लेगा, पर तृप्ति लई सच भोजन है। तो सच भोजन कि थाली च है, शब्द करके मिलता है, शब्द विचार करके मिलता है, और इस खुद नूं प्राप्त करना पैंदा, खुद नूं तैयार करना पैंदा, खुद ही बनाउणा पैंदा ते खुद ही खाना पैंदा।
ਤੇ ਸੇ ਜਨ ਤ੍ਰਿਪਤ ਅਗਾਈ, ਉਹ ਤ੍ਰਿਪਤ ਹੋਏ ਨੇ, ਉਹ ਰੱਜੇ ਹੋਏ ਨੇ। ਬਸ ਪਹਿਚਾਨ ਇੱਕੋ ਹੀ ਜੇ ਉਹਨਾਂ ਦੀ, ਅਮੀਰੀ ਗਰੀਬੀ ਪਹਿਚਾਨ ਨਹੀਂ ਜੇ, ਪੜ੍ਹੇ ਅਨਪੜ੍ਹੇ ਪਹਿਚਾਨ ਨਹੀਂ ਜੇ। ਕੀ ਕੋਈ ਬੰਦਾ ਤ੍ਰਿਪਤ ਹੈ ਕਿ ਮਨ ਤਨ ਕਰਕੇ ਰੱਜਿਆ ਪਿਆ? ਜੇ ਤ੍ਰਿਪਤ ਹੋ, ਜੇ ਰਜੇਵਾਂ ਜਾਂ ਮਹਿਸੂਸ ਹੁੰਦਾ, ਤੇ ਫਿਰ ਤੇ ਗੁਰੂ ਸ਼ਬਦ ਨਾਲ ਆਪਾਂ ਜੁੜੇ ਹਾਂ। ਤੇ ਜੇ ਮੰਦਰ ਖੋ ਪਈ ਹੈ, ਲਾਲਚੀ, ਆ ਵੀ ਚੁੱਕ ਲਾ, ਆ ਵੀ ਚੁੱਕ ਲਾ, ਆ ਵੀ ਚੁੱਕ ਲਾ, ਈਰਖਾ, ਨਿੰਦਾ, ਚੁਗਲੀ, ਦਵੈਸ਼, ਸ਼ੈਤਾਨ ਪਦਾਰਥ, ਪ੍ਰਭਤਾ ਦੀ ਇਹਨਾਂ ਦੀ ਖਿੱਚ ਅੰਦਰ ਪਈ ਹੈ, ਤੇ ਠੀਕ ਹੈ, ਫਿਰ ਦੀਵਾਰਾਂ ਨਾਲ ਜੁੜੇ ਹਾਂ, ਚੰਗਾ ਹੈ। ਹੋਰ 2-4 ਦੀਵਾਰਾਂ ਉੱਚੀਆਂ ਖੜੀਆਂ ਕਰ ਲਵਾਂਗੇ, ਚੰਗਾ ਹੈ। ਉਹ ਲੋਕਾਂ ਨੇ ਇਹੀ ਕੁਝ ਕੀਤਾ। ਚਰਨ ਕਮਲ ਸਿਉ ਜਾਂ ਕਾ ਮਨ ਲੀਨਾ, ਸੇ ਜਾਨਾ ਤ੍ਰਿਪਤ ਅਗਾਈ। ਤੇ ਹੁਣ ਦੂਜੇ ਪਾਸੇ ਜਿਹੜੇ ਚਰਨ ਕਮਲ ਨਾਲ ਨਹੀਂ ਜੁੜ ਸਕੇ, ਜਿਹੜੇ ਬਾਕੀ ਜੁੜੇ ਨੇ ਦੀਵਾਰਾਂ ਦੇ ਨਾਲ, ਬਾਗਾਂ ਬਗੀਚਿਆਂ ਦੇ ਨਾਲ, ਗੁਣ ਅਮੋਲ ਜਿਸ ਹਿਰਦੈ ਨ ਵਸਿਆ। ਗੁਰੂ ਦਾ ਅਮੁੱਲਕ ਗੁਣ ਜੋ ਸੱਚ ਹੈ, ਗੁਣ ਅਮੋਲ, ਤੇ ਗੁਰੂ ਦੇ ਤੇ ਗੁਣ ਅਮੁੱਲਕ ਨੇ ਨਾ। ਗੁਰੂ ਦੇ ਗੁਣਾਂ ਨੂੰ ਅਸੀਂ ਕਿਸੇ ਕੀਮਤ ਨਾਲ ਖਰੀਦ ਵੇਚ ਨਹੀਂ ਪਾਵਾਂਗੇ ਨਾ, ਕਿਉਂਕਿ ਇਹ ਨਾ ਵੇਚੇ ਜਾਂਦੇ ਨੇ ਤੇ ਨਾ ਖਰੀਦੇ ਜਾਂਦੇ ਨੇ। ਤੇ ਜੋ ਬਾਜ਼ਾਰ 'ਚ ਜੋ ਖਰੀਦਿਆ ਜਾਏ ਤੇ ਜੋ ਵੇਚਿਆ ਜਾਏ, ਉਸ ਦਾ ਆਤਮਾ ਤੇ ਪਰਮਾਤਮਾ ਨਾਲ ਕੋਈ ਸੰਬੰਧ ਨਹੀਂ ਹੁੰਦਾ। ਬਹੁਤ ਕੁਝ ਵੇਚਿਆ ਜਾ ਸਕਦਾ ਹੈ, ਬਹੁਤ ਕੁਝ ਖਰੀਦਿਆ ਜਾ ਸਕਦਾ ਹੈ, ਤੇ ਜੋ ਵੀ ਖਰੀਦਿਆ ਜਾ ਸਕਦਾ ਹੈ ਉਸ ਦਾ ਆਤਮਾ ਦੇ ਨਾਲ ਤੇ ਪਰਮਾਤਮਾ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ। ਹਾਂ, ਦੇ ਸਮਾਜਿਕ ਧਾਰਾ ਦੇ ਨਾਲ, ਸਮਾਜ ਦੇ ਨਾਲ ਤੇ ਰਾਜਨੀਤੀ ਨਾਲ ਸੰਬੰਧ ਹੋਣਗੇ, ਉਹਦੀ ਆਪਾਂ ਇੱਥੇ ਵਿਆਖਿਆ ਹੀ ਨਹੀਂ ਕਰਦੇ। ਗੁਣ ਅਮੋਲ ਜਿਸ ਹਿਰਦੈ ਨ ਵਸਿਆ। ਇਹ ਅਮੋਲ ਗੁਣ ਗੁਰੂ ਦਾ, ਤੇ ਅਮੋਲ ਗੁਣ ਕਿਹੜੇ ਨੇ? ਸਤ, ਸੰਤੋਖ, ਦਇਆ, ਧਰਮ ਤੇ ਧੀਰਜ। ਅਮੁੱਲਕ ਗੁਣ 5 ਹੀ ਨੇ, ਸ਼੍ਰੇਸ਼ਟ ਗੁਣ 5 ਹੀ ਨੇ। ਇਹ ਪੰਜ ਹੀ ਮਨਾਉਣੇ ਨੇ, ਪੰਜ ਹੀ ਹਿਰਦੇ 'ਚ ਵਸਾਉਣੇ ਨੇ। ਮੇਰਾ ਇੱਕ ਬੜਾ ਪਿਆਰਾ ਬਚਨ ਹੈ, ਪੰਚ ਮਨਾਏ ਪੰਚ ਰਸਾਏ। ਤੇ ਫਿਰ ਅੱਗੇ ਤੋਂ ਇਨ ਵਿਦ ਨਗਰ ਉਠਾ ਮੇਰੇ ਭਾਈ। ਇੰਜ ਕਰਕੇ ਹਿਰਦੇ ਰੂਪੀ ਨਗਰ ਖਿੜ ਗਿਆ। ਜਿਸ ਦੇ ਹਿਰਦੇ 'ਚ ਇਹ ਸ਼ੁਭ ਗੁਣ ਨਹੀਂ, ਜਿਹਦੇ ਜੀਵਨ 'ਚ ਸੱਤ ਨਹੀਂ, ਜਿਹਦੇ ਜੀਵਨ 'ਚ ਸੰਤੋਖ ਨਹੀਂ ਗਾ, ਜਿਸ ਦੇ ਜੀਵਨ 'ਚ ਦਇਆ ਨਹੀਂ ਹੈ, ਉਹ ਧਰਮ ਦੀ ਗੱਲ ਨਾ ਕਰੇ ਤੇ ਚੰਗਾ ਹੈ। ਇਹ ਪਹਿਲੇ 3 ਸਟੈਪ ਜਿਹਦੇ ਕੋਲ ਨਹੀਂ ਗਏ, ਉਹਨੂੰ ਧਰਮ ਦੀ ਗੱਲ ਕਰਨ ਦਾ ਜੇ ਹੱਕ ਕਿੱਥੇ ਹੈ? ਇਹ ਕਿਉਂਕਿ ਧਰਮ ਤੇ ਚੌਥੇ ਪੜਾਅ 'ਤੇ ਮਿਲਦਾ ਹੈ। ਅਸੀਂ ਸੋਚਿਆ ਅਸੀਂ ਗਲ ਚੋਲੇ ਪਾ ਕੇ ਧਰਮੀ ਬਣ ਜਾਂਦੇ ਹਾਂ। ਅਸੀਂ ਨੀਲੇ ਚਿੱਟੇ ਕੱਪੜੇ ਪਾ ਕੇ, ਕਿਸੇ ਜਨੇਊ ਪਾ ਲਿਆ, ਕਿਸੇ ਕਿਰਪਾਨ ਪਾ ਲਈ, ਅਸੀਂ ਧਰਮੀ ਬਣ ਜਾਂਦੇ ਹਾਂ। ਇਹ ਤਾਂ ਸਭ ਕੁਝ ਬਾਜ਼ਾਰ 'ਚੋਂ ਮਿਲਦਾ ਜੇ, ਚੌਕੜ ਮੁੱਲ ਅਣਾਇਆ ਹੈ ਸਭ ਕੁਝ। ਗੱਲ ਭਾਰੀ ਥੋੜ੍ਹੀ ਜਿਹੀ ਹਜ਼ਮ ਕਰਨੀ ਕਠਿਨ ਹੋਏਗੀ ਵੀ ਜੇ ਮਹਾਰਾਜ ਕਹਿੰਦੇ ਨੇ ਉਹ 4 ਕੌਡੀਆਂ 'ਚ ਬਾਜ਼ਾਰ 'ਚੋਂ ਖਰੀਦ ਕੇ ਤੂੰ ਗਲ ਪਾ ਦੇਣਾ, ਤੇ ਇਹ ਵੀ ਤੇ ਬਾਜ਼ਾਰ 'ਚੋਂ ਖਰੀਦ ਕੇ ਤੂੰ ਗਲ 'ਚ ਪਾ ਕੇ ਕਹਿੰਦਾ ਮੈਂ ਧਰਮੀ ਹੋ ਗਿਆ। ਨਹੀਂ, ਚੌਕੜ ਮੁੱਲ ਅਣਾਇਆ ਬੈ ਚੌਂਕੇ ਪਾਇਆ, ਤੇ ਫਿਰ ਇਹਦੇ ਨਾਲ ਧਰਮੀ ਥੋੜ੍ਹਾ ਹੋ ਗਿਆ। ਧਰਮੀ ਤੇ ਉਹ ਹੈ ਜੇ ਸਤ, ਸੰਤੋਖ, ਦਇਆ, ਇਹ 3 ਗੁਣ ਜਿਹਦੇ ਆਧਾਰ ਵਿੱਚ ਨੇ, ਉਹਦੇ ਅੰਦਰ ਧਰਮ ਪ੍ਰਗਟ ਹੋਏਗਾ। ਕਿਉਂਕਿ ਧੌਲ ਧਰਮ ਦਇਆ ਕਾਪੂਤ ਹੈ। ਦਇਆ ਤੋਂ ਬਾਅਦ ਧਰਮ ਪ੍ਰਗਟ ਹੋਏਗਾ। ਮਹਾਰਾਜ ਕਹਿਣ ਲੱਗੇ ਗੁਣ ਅਮੋਲ ਜਿਸ ਹਿਰਦੈ ਨ ਬਸਿਆ, ਤੇ ਨਰ ਉਹ ਬੰਦੇ ਤ੍ਰਿਸ਼ਨ ਤਰਖਾਈ, ਉਹ ਤ੍ਰਿਸ਼ਨਾ 'ਚ ਭਰੇ ਪਏ ਨੇ, ਤੇ ਤਰਖਾਈ ਕਹਿੰਦੇ ਪਿਆਸ, ਤ੍ਰਿਸ਼ਨਾਲੂ ਨੇ। ਜਿਨ੍ਹਾਂ ਬੰਦਿਆਂ ਦੇ ਅੰਦਰ ਤ੍ਰਿਸ਼ਨਾ ਹੀ ਭਰੀ ਪਈ ਹੈ, ਜੋ ਤ੍ਰਿਸ਼ਨਾਲੂ ਨੇ, ਉਹਨਾਂ ਨੂੰ ਕਿੱਦਾਂ ਕਹੋਗੇ ਧਰਮੀ ਨੇ? ਕਿਉਂਕਿ ਉਹ ਗੁਰੂ ਸ਼ਬਦ ਨਾਲ ਨਹੀਂ ਜੁੜੇ। ਤੇ ਜੋ ਗੁਰੂ ਸ਼ਬਦ ਨਾਲ ਨਹੀਂ ਜੁੜੇ, ਉਹਨਾਂ ਕੀ ਕੀਤਾ? ਜੋ ਕੁਝ ਕੀਤਾ ਤ੍ਰਿਸ਼ਨਾ ਕਰਕੇ ਕੀਤਾ। ਅਸੀਂ ਆਪਣੇ ਘਰ ਵੇਖਿਆ, ਪ੍ਰਿਥੀ ਚੰਦ ਨੇ ਬਹੁਤ ਕੁਝ ਕੀਤਾ ਤ੍ਰਿਸ਼ਨਾ ਕਰਕੇ ਕੀਤਾ। ਹਰ ਜੀ ਨੇ ਬਹੁਤ ਕੁਝ ਕੀਤਾ ਤ੍ਰਿਸ਼ਨਾ ਕਰਕੇ ਕੀਤਾ। ਮਿਹਰਬਾਨ ਨੇ ਬਹੁਤ ਕੁਝ ਕੀਤਾ ਤ੍ਰਿਸ਼ਨਾ ਕਰਕੇ ਕੀਤਾ। ਭਾਵੇਂ ਮਿਹਰਬਾਨ ਨੇ, ਆਪ ਨੂੰ ਪਤਾ ਹੈ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਲਿਖਣ ਦੀ ਪਰੰਪਰਾ, ਜੋ ਸ਼ਬਦਾਂ ਦਾ ਅਰਥ ਲਿਖਣ ਦੀ ਪਰੰਪਰਾ ਮਿਹਰਬਾਨ ਨੇ ਪਾਈ ਹੈ। ਪਰ ਕੀ ਫਿਰ ਵੀ ਮਿਹਰਬਾਨ ਨੂੰ ਇੱਥੇ ਮਾਣ ਸਨਮਾਨ ਸਤਿਕਾਰ ਦਿੰਦੇ ਹੋ? ਨਹੀਂ, ਮੀਣੇ ਕਾ ਕੇ ਤਿਰਸਕਾਰ ਕਰਦੇ ਹੋ। ਭਾਵੇਂ ਗਿਆਨੀ ਲੋਕ ਮਿਹਰਬਾਨ ਦੀ ਪੋਥੀ ਪੜ੍ਹਦੇ ਨੇ, ਮਿਹਰਬਾਨ ਦੀ ਲਿਖੀ ਹੋਈ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਗਾਥਾ ਪੋਥੀ ਪੜ੍ਹਦੇ ਨੇ ਲੋਕ, ਪਰ ਗਿਆਨੀ ਪੜ੍ਹਦੇ ਨੇ। ਸਤਿਕਾਰ ਦੇ ਨਾਲ ਮਿਹਰਬਾਨ ਦਾ ਨਾਂ ਕੋਈ ਨਹੀਂ ਲੈਂਦਾ, ਕਿਉਂਕਿ ਮੀਣਿਆਂ 'ਚ ਹੈ, ਬਲਕਿ ਵਿਦਵਾਨ ਬਹੁਤ ਹੈ। ਅਸਲ ਜੋ ਕੁਛ ਉਹਨੇ ਕੀਤਾ ਤ੍ਰਿਸ਼ਨਾ ਕਰਕੇ ਕੀਤਾ।
ਆਪਣੇ ਆਪ ਨੂੰ ਵੱਡਾ ਸਾਬਤ ਕਰਨ ਵਾਸਤੇ ਕੀਤਾ। ਤੇ ਜਿਸ ਦੇ ਅੰਦਰ ਤ੍ਰਿਸ਼ਨਾ ਭਰੀ ਹੈ, ਤ੍ਰਿਸ਼ਨਾਲੂ ਹੈ, ਉੱਥੇ ਕਾਹਦੀ ਗੱਲ ਕਰੀਏ। ਆਪ ਨੇ ਗੁਰਬਾਣੀ ਦਾ ਪਾਠ ਬਹੁਤਾ ਕੀਤਾ ਮੇਰੇ ਨਾਲੋਂ। ਇੱਕ ਵਚਨ ਪੜ੍ਹਿਆ ਹੋਣਾ, ਕਦੇ ਕਦਾਈ ਕੋਈ ਸੰਸਾਰ ਵਿੱਚ ਕ੍ਰੋਧੀ ਬੰਦਾ ਮਿਲ ਜਾਏ ਤੇ ਜ਼ਿੰਦਗੀ ਦੇ ਵਿਵਹਾਰ 'ਚ ਕੋਈ ਭਰੋਸਾ ਕਰਨਾ ਪੈ ਜਾਏ, ਤੇ ਕਹਿੰਦੇ ਨੇ ਕਾਮੀ ਬੰਦੇ 'ਤੇ ਭਰੋਸਾ ਕਦੇ ਕਰ ਸਕਦੇ, ਕਿਉਂਕਿ ਕਾਮ ਵਕਤੀ ਤੌਰ 'ਤੇ ਉੱਭਰਦਾ ਜੇ ਤੇ ਵਕਤੀ ਤੌਰ 'ਤੇ ਫਿਰ ਸ਼ਾਂਤੀ ਹੋ ਜਾਂਦਾ ਹੈ। ਹੋ ਸਕਦਾ ਬੇਈਮਾਨ ਨਾ ਹੋਵੇ ਬੰਦਾ, ਕਾਮੀ ਤੇ ਹੈ, ਉਹਦਾ ਵਿਕਾਰ ਇੱਕ ਪ੍ਰਭਾਵੀ ਹੈ, ਪਰ ਹੋ ਸਕਦਾ ਬੰਦਾ ਇਮਾਨਦਾਰ ਵੀ ਹੋਵੇ, ਬੰਦਾ ਤੁਹਾਡਾ ਕੰਮ ਕਰ ਦੇਵੇ। ਦੂਸਰੇ ਪਾਸੇ ਕੋਈ ਕ੍ਰੋਧੀ ਬੰਦਾ ਹੈ ਵਿਕਾਰ ਕ੍ਰੋਧ, ਪਰ ਤੁਹਾਡੇ ਕੰਮ ਆ ਸਕਦਾ ਹੈ, ਤੁਸੀਂ ਉਹਦੇ ਵਿਚਾਰ ਨੂੰ ਸਮਝ ਲੈਂਦੇ ਹੋ ਤੇ ਤੁਹਾਡਾ ਕੰਮ ਕਰ ਸਕਦਾ ਹੈ, ਉੱਤੇ ਭਰੋਸਾ ਕਰ ਸਕਦੇ ਹੋ। ਇੱਕ ਵਕਤ ਹੰਕਾਰੀ ਬੰਦੇ 'ਤੇ ਵੀ ਭਰੋਸਾ ਕਰ ਸਕਦੇ ਹੋ, ਇੱਕ ਵਾਰ ਮੋਹ ਨਾਲ ਗ੍ਰਸੇ ਹੋਏ ਬੰਦੇ 'ਤੇ ਵੀ ਭਰੋਸਾ ਕਰ ਸਕਦੇ ਹੋ, ਪਰ ਲੋਭੀ ਕਾ ਵੇਸਾ ਨਾ ਕੀਜੈ। ਲਿਖ ਕੇ ਦਿੱਤਾ ਹੈ ਨਾ ਸਾਨੂੰ, ਕੁਝ ਗੱਲਾਂ ਆਪਾਂ ਕਦੇ ਕਦੇ ਕਿਹਨੂੰ ਲਿਖ ਕੇ ਦੇ ਸਕਦੇ ਹੋ? ਵੀ ਆਪਾਂ ਕੋਈ ਗੱਲ ਕਿਸੇ ਨੂੰ ਕੀ ਤੇ ਕਹਿੰਦਾ ਲੈ ਇੰਨੀ ਵੱਡੀ ਗੱਲ ਕਹਿੰਦੇ ਹੋ ਕਿ ਲਿਖ ਕੇ ਦਿਓਗੇ? ਤੇ ਮਹਾਰਾਜ ਕਿ ਮੈਂ ਲਿਖ ਕੇ ਦੇਣਾ ਤੈਨੂੰ, ਲੋਭੀ ਕਾ ਵੇਸਾ ਨਾ ਕੀਜੈ। ਤੇ ਲੋਭੀ ਤੇ ਅੱਗੇ ਵਾਧਾ 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 ਤ੍ਰਿਸ਼ਨਾਲੂ ਹੁੰਦਾ, ਲੋਭ ਹੀ ਤ੍ਰਿਸ਼ਨਾ ਦਾ ਰੂਪ ਬਣ ਜਾਂਦੀ, ਤ੍ਰਿਸ਼ਨਾਲੂ। ਤੇ ਮਹਾਰਾਜ ਕਹਿਣ ਲੱਗੇ ਤ੍ਰਿਸ਼ਨਾਲੂ ਵਿਅਕਤੀ ਦਾ ਕਾਹਦਾ ਭਰੋਸਾ ਕਰੋਗੇ? ਉਹਦਾ ਤੇ ਪਤਾ ਹੀ ਨਹੀਂ ਕਦੋਂ ਉਹਨੇ ਤੁਹਾਨੂੰ ਦਗਾ ਦੇ ਜਾਣਾ ਹੈ। ਇਸ ਕਰਕੇ ਦੋ ਗੱਲਾਂ ਸਮਝ, ਜਿਨ੍ਹਾਂ ਦੇ ਹਿਰਦੇ 'ਚ ਗੁਰੂ ਸ਼ਬਦ ਵਸ ਗਿਆ, ਜਿਹੜੇ ਗੁਰੂ ਸ਼ਬਦ ਨਾਲ ਜੁੜ ਗਏ, ਉਹਨਾਂ ਦੀ ਪਹਿਚਾਣ ਹੈ ਉਹ ਰੱਜੇ ਪਏ ਨੇ, ਤ੍ਰਿਪਤ ਨੇ। ਤੇ ਜਿਨ੍ਹਾਂ ਦੇ ਹਿਰਦੇ 'ਚ ਗੁਰੂ ਸ਼ਬਦ ਨਹੀਂ ਵਸਿਆ, ਤ੍ਰਿਸ਼ਨਾਲੂ ਨੇ। ਹੁਣ ਗੱਲ ਸਪਸ਼ਟ ਹੁੰਦੀ, ਜਿਹੜੇ ਤ੍ਰਿਸ਼ਨਾ ਭਰੇ ਲੋਕ ਨੇ ਉਹ ਗੁਰੂ ਸ਼ਬਦ ਨਾਲ ਨਹੀਂ ਜੁੜੇ, ਗੁਰੂ ਨਾਲ ਨਹੀਂ ਜੁੜੇ, ਬਾਰ-ਬਾਰ ਢਾਂਚਿਆਂ ਨਾਲ ਜੁੜੇ ਨੇ। ਤੇ ਜਿਹੜੇ ਗੁਰੂ ਸ਼ਬਦ ਨਾਲ ਜਿਹੜੇ ਰੱਜੇ ਪਏ। ਮਹਾਰਾਜ ਅਗਲੀ ਗੱਲ ਕਰੇ ਕਿੱਦਾਂ ਹੋਇਆ, ਕੀ ਕਰੀਏ ਅਸੀਂ ਫਿਰ? ਮਹਾਰਾਜ ਅਗਲੀ ਗੱਲ ਕਿ ਜੋ ਰਹਾਉਜ ਤੋਂ ਕੈਸੋ ਹੋਰ ਕੇਂਦਰ 'ਚ ਲੈ ਆਉਂਦੇ, ਹਰ ਆਰਾਧੇ। ਵੀ ਸ਼ਬਦ ਨਾਲ ਜੁੜੇ, ਤੇ ਸ਼ਬਦ ਨਾਲ ਜੁੜਨ ਤੋਂ ਬਾਅਦ ਕੀ ਮਿਲਦਾ? ਆਰਾਧਨਾ। ਜਿਉਂ-ਜਿਉਂ ਕੋਈ ਸ਼ਬਦ ਨਾਲ ਜੁੜ ਜਾਏਗਾ, ਚਰਨ ਕਮਲ ਹਿਰਦੇ 'ਚ ਵਸ ਜਾਏਗਾ, ਤੇ ਤਿਉਂ-ਤਿਉਂ ਉਹਦਾ ਪ੍ਰੇਮ ਦਾ ਗਹਿਰਾ ਹੁੰਦਾ ਜਾਏਗਾ। ਮਹਾਰਾਜ ਕਹਿਣ ਲੱਗੇ ਹਰ ਆਰਾਧੇ, ਵਾਹਿਗੁਰੂ ਜੀ ਦੇ ਨਾਮ ਦੀ ਆਰਾਧਨਾ ਕੀਤੀ। ਸਾਨੂੰ ਹੁਕਮ ਹੈ ਦਿਨ ਰਾਤੀ ਆਰਾਧੋ ਪਿਆਰੋ, ਸਾਨੂੰ ਹੁਕਮ ਹੈ ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੇ ਢੀਲਾ। ਆਰਾਧਨਾ ਕਰਿਆ ਕਰੋ ਭਾਈ। ਤੇ ਆਰਾਧਨਾ ਵਾਸਤੇ ਕਿਸੇ ਥਾਂ ਦੀ ਤੇ ਕਿਸੇ ਸਮੇਂ ਦੀ ਪਾਬੰਦੀ ਨਹੀਂ ਹੁੰਦੀ। ਸਾਧਨਾ ਵਾਸਤੇ ਸਮੇਂ ਦੀ ਪਾਬੰਦੀਆਂ ਨੇ, ਥਾਵਾਂ ਦੀਆਂ ਪਾਬੰਦੀਆਂ ਹੁੰਦੀਆਂ ਨੇ। ਪ੍ਰਾਰਥਨਾ ਵਾਸਤੇ ਸਮੇਂ ਤੇ ਥਾਂ ਦੀਆਂ ਪਾਬੰਦੀਆਂ ਨਹੀਂ ਹੁੰਦੀਆਂ। ਜਿਸ ਤਰ੍ਹਾਂ ਆਰਾਧਨਾ ਵਾਸਤੇ ਵੀ ਸਮੇਂ ਤੇ ਥਾਂ ਦੀਆਂ ਪਾਬੰਦੀਆਂ ਨਹੀਂ ਹੁੰਦੀਆਂ। ਆਰਾਧਨਾ ਕਰਿਆ ਕਰੋ ਦਿਨ ਰਾਤ ਹਰ ਵਕਤ। ਨਤੀਜਾ ਕੀ ਮਿਲਦਾ ਹੈ? ਹਰ ਆਰਾਧੇ, ਵਾਹਿਗੁਰੂ ਜੀ ਦੀ ਆਰਾਧਨਾ ਕੀਤੀ ਤਾਂ ਨਤੀਜਾ ਮਿਲਿਆ ਆਰੋਗ। ਆਰੋਗ ਹੋ ਗਏ, ਆਨੰਦਾਈ, ਤੇ ਆਨੰਦਮਈ ਜੀਵਨ ਬਣ ਗਿਆ। ਆਰੋਗ ਵਿਅਕਤੀ ਆਨੰਦ ਮਾਣ ਸਕਦਾ ਜੇ ਤਨ ਕਰਕੇ ਆਰੋਗ ਹੈ ਤੇ ਤਨ ਕਰਕੇ ਜਿਹੜੇ ਆਨੰਦ ਨੇ ਉਹ ਮਾਣ ਸਕਦਾ ਹੈ। ਮਨ ਕਰਕੇ ਆਰੋਗ ਹੈ ਤੇ ਮਨ ਕਰਕੇ ਆਨੰਦ ਨੇ ਮਾਣ ਸਕਦਾ ਹੈ। ਤੇ ਜੋ ਤਨ ਮਨ ਕਰਕੇ ਬਿਮਾਰ ਹੈ, ਉਸ ਨੂੰ ਵਧੀਆ ਤੋਂ ਵਧੀਆ ਮੁਕਾਮ 'ਤੇ ਲਿਜਾ ਕੇ ਬਿਠਾ ਦਿਓ, ਕਹੋ ਲੈ ਬਈ ਪਿਕਨਿਕ ਮਨਾਉਣ ਆਏ, ਆਨੰਦ ਮਨਾਓ, ਤੇ ਕਹੇਗਾ ਕਿੱਥੇ, ਮੇਰੇ ਤੇ ਤੁਰਿਆ ਨਹੀਂ ਜਾਂਦਾ, ਮੇਰੇ ਤੋਂ ਬੈਠਿਆ ਨਹੀਂ ਜਾਂਦਾ, ਮੇਰੇ ਤੇ ਸਰੀਰ 'ਚ ਪੀੜਾ ਹੁੰਦੀ ਹੈ। ਤੇ ਕਿਸੇ ਮਨ ਵਿੱਚ ਕੋਈ ਪੀੜਾ ਹੈ, ਤਨ ਵਿੱਚ ਪੀੜਾ ਹੋਵੇ ਜਾਂ ਮਨ ਵਿੱਚ ਕੋਈ ਪੀੜਾ ਹੋਵੇ, ਕਿਸੇ ਪ੍ਰਕਾਰ ਦਾ ਰੋਗ ਤਨ ਵਿੱਚ ਹੈ ਜਾਂ ਮਨ ਵਿੱਚ ਹੈ, ਉਹ ਵਿਅਕਤੀ ਆਨੰਦ ਨਹੀਂ ਮਨਾ ਪਾਉਂਦਾ। ਉਹ ਵਿਅਕਤੀ ਹਰ ਥਾਂ 'ਤੇ ਚੰਗੇ ਤੋਂ ਚੰਗੇ ਥਾਂ 'ਤੇ ਬੈਠਾ ਹੋਇਆ ਵੀ ਪਰੇਸ਼ਾਨ ਹੁੰਦਾ ਹੈ। ਅੱਜ ਵੀ ਸਾਡੇ ਘਰਾਂ 'ਚ ਬਹੁਤ ਸਾਰੇ ਜੀਅ ਨੇ ਜੋ ਡਿਪਰੈਸ਼ਨ ਦੇ ਸ਼ਿਕਾਰ ਨੂੰ ਅਸੀਂ ਰੋਗ ਕਹਿੰਦੇ ਹਾਂ। ਚੰਗੀਆਂ ਤੇ ਚੰਗੇ ਮਾਹੌਲ, ਸੁਖਾਵੇਂ ਘਰ ਬਣੇ ਹੋਣ, ਉਹਨੂੰ ਪੁੱਛੇ ਕਿ ਆਨੰਦ ਮਨਾ ਰਹੇ ਨਹੀਂ, ਵਿਚਾਰੇ ਫਿਰ ਵੀ ਮੂੰਹ ਅੱਟ ਕੇ ਬੈਠੇ, ਮੈਨੂੰ ਬੁਲਾਓ ਨਾ, ਮੇਰੇ ਨਾਲ ਗੱਲ ਨਾ ਕਰੋ, ਕਮਰੇ ਦੀ ਬੱਤੀ ਨਾ ਜਗਾਓ, ਮੈਨੂੰ ਬੈਠੇ ਰਹਿਣ ਦਿਓ। ਇੱਦਾਂ ਘਰਾਂ 'ਚ ਕਰਦੇ ਨਾ ਸਾਡੇ ਜੀ। ਬੁਰੇ ਨਹੀਂ ਕਿ ਵਿਚਾਰੇ ਉਹ ਕੋਈ ਪਾਪ ਵੀ ਨਹੀਂ ਕਰ ਰਹੇ, ਲੇਕਿਨ ਕੀ ਕਰੀ, ਡਿਪਰੈਸ਼ਨ ਦੇ ਸ਼ਿਕਾਰ ਨੇ। ਇਸ ਕਰਕੇ ਉਹਨਾਂ ਨੂੰ ਚਾਨਣਾ, ਉਹਨਾਂ ਨੂੰ ਹਾਸਾ, ਉਹਨਾਂ ਨੂੰ ਖੁਸ਼ੀ ਚੰਗੀ ਨਹੀਂ ਲੱਗਦੀ, ਕਿਉਂਕਿ ਉਹ ਵਿਚਾਰੇ ਮਾਨਸਿਕ ਮੰਡਲ ਦੇ ਉਸ ਥਾਂ 'ਤੇ ਪਹੁੰਚ ਗਏ ਨੇ ਜਿੱਥੇ ਹਰ ਚੀਜ਼ ਉਹਨਾਂ ਨੂੰ ਚੁਭਣ ਲੱਗ ਪਈ ਹੈ। ਇਲਾਜ ਹੋ ਸਕਦਾ, ਚੰਗਾ ਡਾਕਟਰ ਕੋਈ ਮਿਲ ਜਾਏ, ਇਲਾਜ ਕਰ ਦਿੰਦਾ, ਫਿਰ ਉਹ ਖੁਸ਼ੀ ਭਰਿਆ ਜੀਵਨ ਜਿਉਂਦੇ ਨੇ। ਤੇ ਮਹਾਰਾਜ ਕਹਿਣ ਲੱਗੇ ਸਭ ਤੋਂ ਸੌਖਾ ਤਰੀਕਾ ਆਨੰਦਿਤ ਹੋਣ ਦਾ ਕਿਹੜਾ? ਜੇ ਕਹਿਣਗੇ ਹਰ ਆਰਾਧੇ,
हरि की आराधना के सदके आरोग्यता मिलती जे। एक पढ़ते ना बचन अगे जा किसी होर पढ़ना है, मेरा वैद गुरु गोबिंदा हर हर नाम औखद मुख देवै काटै जम की फंदा। असी होर पढ़ते हैं, सर्ब रोग का औखद नाम। असी शब्द की आराधना के मुकाम तक पहुँच ही नहीं पाए। नहीं तो एक बचन है, हुण भी पढ़ना है, निजी भी पढ़िया होना आपने, संस्थागत तौर पर भी इत्थे सवेर का एक बार पाठ हो चुका उसका, निजी भी बहुतियां जो नितनेम किया निजी भी कर आए हो गए। फिर हुणे थोड़ी देर बाद आप जाप संगति करना है, संध्या विच अरदास रहरास 2 बार करना है। दुख रोग संताप उतरे, कदों उतरे? सुनी साची बाणी। कम ते ना किसी ना। ये तो आप बड़ी बार पढ़ते हैं सवेर का, जितनी बार आनंद साहब का पाठ करते हो, नितनेम करते हो, अरदास तो पहला देख आती आनंद साहब सोदर 2 बार करते हो, आनंद साहब पौड़ी पढ़ते हो, फिर जो दीवान की समाप्ति का अरदास लिए आनंद साहब पढ़ते हैं। पता नहीं कितनी क बार तो आप पढ़ बैठे हैं, याद ही हो गई है। पर की करिए, याद हो गई इस करके असर नहीं होता, क्योंकि उत्तों उत्तों लंघ जाती है, सिर के उपरों लंघ जाती। बहुते तो जीनस आनंद साहब सुनते ही नहीं। जो आनंद साहब का पाठ शुरू होंगे असीं उठ के तुर पैने। खैर, लेकिन साहिब का बचन है, दुख रोग संताप उतरे सुनी सची बाणी। हुणे सुनना पैना। सुनेगा कौन पे सी? हुण सुनेगा दूसरा नहीं, सुनने वास्ते तो अपने सिर देना पैना, सुनने वास्ते तो अपना ही मन नीवा करना पैना। सिर दित्ते तो बिना सुनिया नहीं जे जाता, मन नीवा कीते तो बिना सुनिया नहीं जे जाता। हर आराधे आरोग अनदाई। ते सुन के जदों जेहन च चिंता च वसता है, तो फिर उसनूं जदों बार बार ख्यालों में रिपीट करीदा है, वो आराधना होंदी है। कोई बचन कोई विचार आपां सुनिया चंगा है, मन ने मनिया कि नहीं मनिया, पर ज्ञान ने कहा है ज्ञान ख्याल गुरु का है। ज्ञान ने कहा एक ही बचन गुरु का है, हम असीं सुन लिया, सुन के मन लिया, बार बार उसनों अपने मन च रिपीट करते हैं, बचन का गुरु का है, गुरु का बचन है, आ गुरु साहब ने आखे, आ गल गुरु साहब ने आखी है, मैं इस ते पहरा देने का यत्न करता हाँ। हौली हौली जितना भी हो सकता है मैं अपने गुरु के इस बचन को स्वीकार करता हाँ, पहरा दिंदा हाँ, मनदा हाँ। ज्यों ज्यों असीं इस राह ते हौली तुरते हैं तो ये आराधना बन जाती, गुरु के बचन है, गुरु के बचन। इसे करके साडे वडेरे कहंदे ने गुरु 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 कर मन मोर। और केवल गुरु गुरु कहना नहीं, पर गुरु ने की कहा है वो करना है। तो और उहदे नाल की होगा? मन आरोग होएगा, तन आरोग। तो सियाणे अज कहते हैं जे मन आरोग हो जाए तो तन के बहुत सारे रोग अपने आप मिट जाते हैं। दूजे पासे जिसने कदे सुनिया ही नहीं, कदे सिमरिया ही नहीं, सच नूं स्वीकार ही नहीं किया, महाराज ने दूजी गल, जिसनों विसरै ते जिन्हों भुल ही गया, जिन्हें कदे सच की गल रब की गल सुनी की नहीं। जिसनों विसरै मेरा राम सनेही, महाराज कह लगे जिसनों फिर मेरा प्रेमी, मेरा स्नेही, मेरा राम, मेरा वाहिगुरु भुल गया, फिर की हुंदा है? तिस लाख बेदन जन आई। ਉਹਦੇ जीवन च ਲੱਖਾਂ ਪੀੜਾਵਾਂ पैदा हो ਜਾਂਦੀਆਂ ਨੇ, ਉਹਦੇ जीवन च ਲੱਖਾਂ विघन प्रकट हो जाते हैं। एक थां ते ऐसा भी दसिया गया, गल थोड़ी जी भारी है, कि ਜਿਹੜੇ व्यक्ति गुरु तो मुनकर हो जाते हैं, मना कर देंगे ने, जे सोयने नूं ਉਹ हथ पाए ਤਾਂ खेहू सेती रल गया। आ किते वेखण कुछ लोग ने अपने वालों चंगा काम करते हैं, फायदा कुछ भी नहीं बनता, नाकाम हो जाते। पता क्यों? वो अंदरों किसी कारण करके की वरत्या पता नहीं, पर गुरु परमेश्वर तो टुट गए हैं। तो जो गुरु परमेश्वर तो टुट जाते हैं, उन्होंने डालियां ते जिन्ना मर्जी चंगा पानी पाई जो, उन्होंने फुल नहीं खिड़ते। तो धर्म का फुल उन्होंने खिड़दा है जिहड़ियां डालियां अपने जड़ां नाल जुड़ियां रहिंदियां। इस करके भाई अंदरों अपने गुरु नाल जुड़े रहिए। तो अंदरों गुरु नाल जुड़न की कोई तकनीक जी, शब्द नाल जुड़े रहिए, शब्द की विचार नूं पढ़ते सुनते रहिए। तो शब्द नूं पढ़न सुनन वास्ते जरूरत है सत दी।
सत ही गुरु का मूल है, सत ही निरंकार है, सत ही करता पुरख आप है, एक ओंकार ही सत है। जीवन सत आधारित हो जाए तो महाराज कहने लगे ਜਿਹੜੇ फिर सत तो टुट जाते, कूड़ कबाड़ प्रवेश कर जाते, लाख बेदन जने आई, उन्होंने जीवन च लखां मुसीबत परेशानियां अपने आप प्रगट हो, जिवें नदीन प्रगट होंदा ना अपने आप, इदां परेशानियां रुकावटां पैदा होंदियां सी। कई बार वेखीदा व्यक्ति चंगा है पर जीवन परेशानियां ते रुकावटां, की करिए फिर। महाराज अगली गल कहते, जिह जन ओट गही प्रभ तेरी, हे सच्चे पातशाह हुण अरदास रुचन, जिन्हां ने तेरी ओट लै लई, जिहड़े तेरे सहारे टिक गए, से सुखीए प्रभ शरणे, वो सुखी भी हो जाते, प्रभु की शरण प्राप्त करके सुखी हो जाते हैं। तो सानू इसे करके महाराज ने स्पष्ट किया, जाओ सुख को चाहें सदा शरण राम की ले। जे तू सुखी होना चाहना है तो रब की टेक टिका लै, रब की ओट टिका लै, जो भी काम करे रब दे आसरे करी, अपनी विद्या अपनी मत अपनी बुद्ध पूरी वरत, पर यह ना कहे कि लै मेरे मन का सारा, नहीं, रब दे आसरे अपना मेहनत कर्म कर ते सफलता रब दे आसरे। जिह जन ओट गही प्रभ तेरी, से सुखिए प्रभ शरणे, जिह नर बिसरिया पुरख विधाता। दूजी गल फिर जिन रब भुल गया, इनू अपन निक्की जी पंजाबी च कह सकते हैं, जिन्होंने रब भुल गया ते दुखियां मैं गणने, फिर उन्हों की गिणती दुखी लोगों च होंदी है। आप पढ़ते नानक दुखिया सब संसार, दुखी लोग ने संसार च बहुत बड़े दुख ने, घर घर दुख वरत्या पिया है, तो फिर कहना पेगा घर घर दुख वरते दा क्यों, तो मतलब घर घर च रब का चिंतन नहीं है। धर्म के नारे ने जकारे ने पर चिंतन नहीं जे, प्रेम नहीं जे अपने रब के प्रति, अपने गुरु शब्द के प्रति भाव नहीं जे, नतीजा दुख है। जे घर च सुख है तो मतलब अंदर सारा जीव मुखी अपने गुरु के नाल शब्द करके जुड़िया जे, तो जे दुखी है तो समझ लेना टुटा पिया है। बाहरों की दा स्ट्रक्चर है, की ढांचा है, की दा संसार का बनतर है, बोलबाला की आपां दी व्याख्या नहीं करते। जे किसी घर च दुख है तो सच चरना वो गुरु के सिद्धांतों तो टुटा पिया है, उसकी गिणती दुखियां च हो रही है। तो खास करके निजी तौर पर अगर कोई दुखी है तो उसका मूल कारण है कि अपने शब्द तो टुट गया। ते दुखियां मैं गणने, फिर की करिए, जिह गुर मान, जिसने गुरु नू मान लिया, जिह गुर मान, जिसने गुरु नू मान लिया। तो बड़ा प्यारा जा सिद्धांतक वचन है, मन्ने की गत, मन्ने की गत, क्या मनी है, हुण ये गल छड्डती खोलती ना, क्योंकि उत्थे गुरु जपजी साहब जिस गुरबाणी बहुत थावां ते सानू ये नहीं कि की मन, नहीं, सिर्फ मन्ने की गत। हुण क्या मनना साडे ते निर्भर है, क्या मनते हो क्या नहीं मनते साडी मर्जी, किनू मनदे किन्ना मनदे हो तुहाडी मर्जी है। लेकिन जिन मन लेंदे हो तो फिर उसकी गत अलग हो जाती है। हुण क्या मनिया, गुरमान, गुरु नू मान लिया, जिन्हां ने गुरु नू मान लिया, जिह गुरमान, जिन्हां ने गुरु दे उपदेश नू मान के, फिर महाराज फिर की कीता, कहणगे प्रभु लिव लाई, प्रभु जी दे नाल लिव ला ली। गुरु जी ने तो कदे किया ही नहीं कि तुसीं आ करो, नहीं कि नगर सिमरन करिया करो। गुरु महाराज की संपूर्ण बाणी पढ़ के देखांगे, गुरु महाराज कोई शारीरिक क्रिया कर्म कांड करने तो कहिंदे ही नहीं, कहते भाई जो कुछ भी करते हो प्रभु जी ने समर्पण होकर कराया करो, किरत करो तो नाम जपो, बस रब नाल लिव ला लो, अपना ध्यान अपनी चेतना अपनी बुद्ध सुरत जो भी है अपने गुरु जी सदके अपने प्रभु के चरणों टिका रखो। तो अज कह लगे, जिह गुरमान प्रभु लिव लाई, तिह महा आनंद रस करिया। फिर उन्होंने जीवन च महान आनंद नूं ते रस नूं प्राप्त कर लिया। दूजे पासे जे प्रभु विसार, जिन्हों रब भुल गया, गुर ते बेमुखाई, गुरु तो बेमुख हो गए, ते नरक घोर में परिया। वो गुरु तो विसार दिता, रब तो बेमुख, गुरु तो बेमुख हो गए, रब भुलाता, फिर घोर नरकां दे भागी पापों
घर परिवार संसार दुखा ना भर गया, दुखी हो गए। फिर की करिए महाराज? अखीर तक कि भाई एक चीज़ देखना, जिस तरह के कर्म मनुख करता है तो अगला स्टैप उहदे मुताबक मिल जाता है। जित को लाया तित ही लागा। मनुख ने जैसा किया उन्हें रब नूं भुलाया या रब नूं चेते किया, दो काम कीते, उन्हां दोनों के सदके अगला नतीजा मिलता है। ਉਹਦੇ नतीजे सदके जित को लाया, जिधर लाता उधर लग गया। लाया किधर? जिधर ਇਹਦਾ चेतन पक्ष ਸੀ, जिधर कर्म मंडल ਸੀ ਦਾ। अगर ਇਹ ਰੱਬ ਨੂੰ ਚੇਤੇ ਰੱਖਦਾ ਸੀ ਤੇ ਸੰਗਤ ਵਿੱਚ ਲਾ ਦਿੱਤਾ, अगर ਰੱਬ ਨੂੰ ਭੁਲਾਇਆ ਸੀ ਤੇ ਕੋਈ ਸੰਗਤ ਵਿੱਚ ਲਾਤਾ। ਹੁਣ ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ। ਤੇ ਜਿੱਥੇ ਲਾ ਦਿੱਤਾ ਉੱਥੋਂ ਹੀ ਵਰਤਾਰਾ। ਇੱਥੇ ਸੱਤ ਦਾ ਵਰਤਾਰਾ ਹੈ, ਕਿਤੇ ਬਾਣੀ ਪੜ੍ਹੀ ਸੁਣੀ ਜਾਏਗੀ, किते होर है, किते होर ते होर वरतारे हो जाएंगे। मान असी की करिए? क्योंकि नानक सह पकड़ी संतन की। अपना ना लैके महाराज के भाई असां ते टेक पकड़ ली है सत संगत की, संतां की, गुरमुखां की, भगतां की। असां तां मगर राह पकड़ लिया है गुरमुख जनां दा। की होएगा? हृदय भय मगन। ते संतां दी टेक सदके, गुरमुखां दे सारे सदके शब्द सुनदे आ ते शब्द सदके मगन हो जाने। हृदय भय मगन। हुण है कि चरनारा, गुरु के चरण सदके मगनता है। फिर तो गुरु के चरण शब्द है। शब्द सुनिए, शब्द मनीए, शब्द पढ़िए, तो जो शब्द विचार है वो जुड़ जाइए, मगनता छा जाएगी तो आनंद आ जाएगा। इतने को बचन प्रवान करना, भुल चुक दी खिमा, आसीस ते प्यार देंदे फतेह बुलावना। वाहिगुरू जी का खालसा, वाहिगुरू जी की फतेह।